देखो जलियांवाले बाग ਦੇ ਵਿੱਚ ਜਿਹੜਾ ਛੋਟਾ ਜਿਹਾ ਤਲਾਅ ਹੁੰਦਾ ਸੀ ਉਸ ਤਲਾਈ ਦੇ ਵਿੱਚ ਬੀਜੇਪੀ ਨੇ ਕਮਲ ਦਾ ਫੁੱਲ ਬਣਾ ਦਿੱਤਾ ਹੈ। ਜਿਹੜੀ ਭੀੜੀ ਗਲਿਓਂ ਵਿੱਚੋਂ ਅੰਗਰੇਜ਼ ਫੌਜ ਗਈ ਡੈਰ ਦੀ ਅਗਵਾਈ ਦੇ ਵਿੱਚ ਉੱਥੇ ਦੇ ਭੰਗੜੇ ਪਾਉਣ ਦੀਆਂ ਤਸਵੀਰਾਂ ਨੇ। ਉੱਥੇ ਕੋਈ ਮੇਲਾ ਥੋੜਾ ਸੀ, ਉਹਦਾ ਆਜ਼ਾਦੀ ਅੰਦੋਲਨ ਨੂੰ ਅੱਗੇ ਧੱਕਣ ਵਾਸਤੇ ਇੱਕ ਬਹੁਤ ਵੱਡਾ ਜਲਸਾ ਸੀ ਔਰ ਉੱਥੇ ਫੌਜ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਸੀ। ਉੱਥੇ ਦੇ ਭੰਗੜੇ ਪਾਉਣ ਦੀਆਂ ਤਸਵੀਰਾਂ ਇੱਕ ਦੇਸ਼ ਭਗਤਾਂ ਦੀ ਯਾਦਗਾਰ ਨਹੀਂ, ਉਹਦਾ ਪਿਕਨਿਕ ਸਪੌਟ ਬਣਾਤਾ। ਇਹ ਖਿਲਾਫ ਨੇ ਦੇਸ਼ ਭਗਤ ਆਜ਼ਾਦੀ ਦੇ ਅੰਦੋਲਨ ਦੇ। ਇਹ ਤਾਂ ਅੰਗਰੇਜ਼ਾਂ ਦੇ ਪਿੱਠੂ ਸੀ। ਇੱਕ ਵੀ ਬੀਜੇਪੀ ਵਾਲਾ RSS ਵਾਲੇ ਨੇ ਆਜ਼ਾਦੀ ਅੰਦੋਲਨ ਦੇ ਵਿੱਚ ਹਿੱਸਾ ਨਹੀਂ ਪਾਇਆ। ਇਹ ਤਾਂ ਅੰਗਰੇਜ਼ਾਂ ਦੇ ਗੁਲਾਮ ਸੀ, ਪਿੱਠੂ ਸੀ, ਉਹਨਾਂ ਦੀ ਮਦਦ ਕਰਦੇ ਸੀ। ਚਾਚਾ ਵੀ ਛੜੀਆਂ ਦੀ 20 ਵਾਕ ਕਹਿੰਦੇ ਵੀ ਉਹਨਾਂ ਨੇ ਯੋਗਦਾਨ ਪਾਇਆ ਸੀ। 9 ਮਹੀਨੇ ਤੱਕ ਤਾਂ ਉਹ ਦੇਸ਼ ਭਗਤ ਸੀ। ਉਦੋਂ ਮੁੜ ਕੇ 5 ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਬਾਹਰ ਆ ਗਿਆ ਔਰ ਬਾਹਰ ਆ ਕੇ ਜਿਸ ਤਰ੍ਹਾਂ ਆਜ਼ਾਦੀ ਅੰਦੋਲਨ ਦਾ ਉਹਨੇ ਬੇੜਾ ਗਰਕ ਕੀਤਾ, ਆਜ਼ਾਦੀ ਅੰਦੋਲਨ 'ਚ ਧਰਮ ਦੇ ਨਾਂ ਤੇ ਫੁੱਟ ਪਾਈ, ਹਿੰਦੂ ਮਹਾਸਭਾ ਬਣਾ ਕੇ ਔਰ ਮਹਾਤਮਾ ਗਾਂਧੀ ਦੇ ਕਤਲ ਦਾ ਉਹ ਸਾਜ਼ਿਸ਼ ਕਰਤਾ ਹੈ। ਇਤਿਹਾਸ ਗਵਾਹ ਹੈ। ਉਹ ਸਭ ਤੋਂ ਵੱਡਾ ਗਦਾਰ ਹੈ ਦੇਸ਼ ਦੀ ਆਜ਼ਾਦੀ ਅੰਦੋਲਨ ਦਾ। ਵੀਰ ਸਾਵਰਕਰ ਤੁਸੀਂ ਪੜ੍ਹੋ ਉਹਦੇ ਬਾਰੇ। ਤੇ ਉੱਥੇ ਵੱਡੀ ਗਿਣਤੀ ਜਿਹੜੇ ਲੋਕ ਗਏ ਸੀ ਉਹ ਹਿੰਦੁਸਤਾਨ ਦੇ ਰਾਜਸੀ ਨੇਤਾਵਾਂ ਦੇ ਵਿਚਾਰ ਹੀ ਸੁਣਨ ਗਏ ਸੀ। ਉੱਥੇ ਕੋਈ ਭੰਗੜਾ ਨਹੀਂ ਸੀ ਪਾਉਣ ਗਏ, ਉੱਥੇ ਕੋਈ ਵਿਸਾਖੀ ਦਾ ਚਾਅ ਨਹੀਂ ਸੀ ਕਰਨ ਗਏ, ਕਿਉਂਕਿ ਵਿਸਾਖੀ ਤੋਂ ਪਹਿਲਾਂ ਰਾਮਨੌਮੀ ਵਾਲੇ ਦਿਨ ਤੇ ਰਾਮਨੌਮੀ ਤੋਂ ਅਗਲੇ ਦਿਨ ਜਿਵੇਂ ਇਹਨਾਂ ਨੇ ਉੱਥੇ ਲੋਕਾਂ ਨੂੰ ਕੁਚਲਿਆ ਆ, ਲੋਕਾਂ ਤੇ ਤਸ਼ੱਦਦ ਕੀਤਾ, ਲੋਕ ਆਪਣਾ ਗੁੱਸਾ ਜ਼ਾਹਰ ਕਰਨ ਗਏ ਸੀ। ਭੰਗੜਾ ਉਦੋਂ ਪਾਉਂਦਾ ਜਦੋਂ ਕੋਈ ਬੰਦਾ ਖੁਸ਼ ਹੁੰਦਾ ਆ। ਇਸ ਕਰਕੇ ਸਾਡੀ ਜਿਹੜੀ ਉਹ ਯਾਦਗਾਰ ਆ, ਸਾਡੀ ਜਿਹੜੀਆਂ ਨਿਸ਼ਾਨੀਆਂ ਨੇ, ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਬਦਲ ਦਿੱਤੀਆਂ ਨੇ, ਉਹਦਾ ਰੰਗ ਰੂਪ ਐਂ ਬਦਲਤਾ ਜਿਵੇਂ ਕੋਈ ਸੈਰਗਾਹ ਹੋਵੇ। ਉਹ ਸੈਰਗਾਹ ਥੋੜ੍ਹਾ ਆ। ਜਲਿਆਂਵਾਲੇ ਬਾਗ ਜਦੋਂ ਹੋਇਆ ਵਾ ਉਹ 13 ਅਪ੍ਰੈਲ ਦੀ ਘਟਨਾ, ਤੇ ਉਸ ਤੋਂ ਪਹਿਲਾਂ 9 ਤਰੀਕ ਨੂੰ ਰਾਮਨੌਮੀ ਦੇ ਉੱਤੇ ਉੱਥੇ ਇੱਕ ਲੀਡਰ ਨੇ ਜਿਹੜੇ ਨੇ ਅਗਵਾਈ ਕੀਤੀ, ਉਹ ਮੁਸਲਮਾਨ ਸੀ ਤੇ ਉੱਥੇ ਹਿੰਦੂ ਆ ਜਿਹੜੇ ਉਹ ਵੀ ਮਸਜਿਦਾਂ 'ਚ ਗਏ ਤੇ ਜਿਹੜੇ ਉੱਥੇ ਨਮਾਜ਼ਾਂ ਪੜ੍ਹਨ ਉਹਨਾਂ ਨੂੰ ਆਪਣੀਆਂ ਮਸਜਿਦਾਂ ਖੋਲ੍ਹੀਆਂ ਨੇ। ਉਹ ਲੋਕ ਸੀ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਲੜੇ ਨੇ ਉਸ ਸਮੇਂ ਦੇ ਵਿੱਚ, ਤੇ ਇਹੀ ਸਭ ਤੋਂ ਵੱਧ ਅੱਜ ਸਰਕਾਰ ਨੂੰ ਤੰਗ ਕਰ ਰਿਹਾ। ਇਸ ਕਰਕੇ ਉਸ ਪੂਰੇ ਦੇ ਪੂਰੇ ਇਤਿਹਾਸ ਨੂੰ ਵਿਗਾੜਨ ਦੇ ਲਈ ਜਿਸ ਤਰ੍ਹਾਂ ਨਾਲ ਉਹਨਾਂ ਨੇ ਉਹ ਭੀੜੀ ਗਲੀ ਜਿਹਦੇ ਵਿੱਚੋਂ ਨਿਕਲ ਕੇ ਜਾਂਦਾ ਬੰਦਾ ਇਹ ਸੋਚਦਾ ਹੈ ਵੀ ਕਿਵੇਂ ਜਨਰਲ ਡਾਇਰ ਹੈ ਜਿਹੜਾ ਉਹ ਇਹਨਾਂ ਦੇ ਵਿੱਚੋਂ ਦੀਆਂ ਤੋਪਾਂ ਜਦੋਂ ਅੰਦਰ ਨਹੀਂ ਗਈਆਂ ਤੇ ਬੰਦੇ ਕਿਵੇਂ ਭੱਜੇ ਹੋਣਗੇ। ਉਹ ਖੂਨੀ ਖੂਹ ਆ ਜਿਹੜਾ, ਉਹ ਜਿਹੜੀਆਂ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਸੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਪੋਲਿਸ਼ ਕਰਕੇ ਜਮਾਂ ਇੱਕ ਜਿਵੇਂ ਕਹਿ ਦਈਏ ਸੈਰ ਸਪਾਟੇ ਵਾਲੀ ਥਾਂ ਬਣਾਤਾ, ਤਾਂ ਕਿ ਜਿਹੜੀਆਂ ਨਵੀਆਂ ਪੀੜ੍ਹੀਆਂ ਆਉਣਗੀਆਂ ਉਹਨਾਂ ਵਿੱਚੋਂ ਕੋਈ ਵੀ ਉੱਥੇ ਜਾ ਕੇ ਉਸ ਇਤਿਹਾਸ ਨਾਲ ਨਾ ਜੁੜ ਸਕੇ। ਤੁਸੀਂ ਦੇਖੋਗੇ ਜਿਹੜਾ ਉੱਥੇ ਸਾਊਂਡ ਲਾਈਟ ਸ਼ੋ ਜਾਂ ਜਿਹੜੀਆਂ ਵੀਡੀਓਜ਼ ਚੱਲਦੀਆਂ ਨੇ ਜਾਂ ਜਿਹੜੀਆਂ ਫੋਟੋਆਂ ਨੇ, ਉਹਨਾਂ ਵਿੱਚੋਂ ਕਿਤੇ ਵੀ ਆਜ਼ਾਦੀ ਦੀ ਲੜਾਈ ਤੇ ਸਾਮਰਾਜ ਵਿਰੁੱਧ ਲੜਾਈ ਇਹ ਸ਼ਬਦ ਗਾਇਬ ਨੇ। ਗੱਲਾਂ ਕਿਹੜੀਆਂ ਗਈਆਂ ਨੇ? ਦੇਸ਼ ਭਗਤੀ ਤੇ ਨੈਸ਼ਨਲਿਜ਼ਮ, ਰਾਸ਼ਟਰਵਾਦ। ਸਿਰਫ ਇਹ ਗੱਲ ਆ ਰਹੀ ਹੈ ਕਿਉਂਕਿ RSS ਵੀ ਤਾਂ BJP ਵੀ ਤਾਂ ਰਾਸ਼ਟਰਵਾਦ ਦਾ ਝੂਠਾ ਰਾਸ਼ਟਰਵਾਦ ਉਭਾਰ ਰਹੀ ਹੈ ਨਾ। ਇਸ ਕਰਕੇ ਉਹ ਉੱਥੇ ਉਹਨਾਂ ਦੇ ਜਿਵੇਂ ਊਧਮ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਸੀ, ਉਹਦੇ ਹੱਥ ਦੇ ਵਿੱਚ ਉਹ ਮਿੱਟੀ ਫੜਾਤੀ, ਰਾਖ ਫੜਾਤੀ, ਇਹੋ ਜਿਹੀਆਂ ਚੀਜ਼ਾਂ ਕੀਤੀਆਂ ਗਈਆਂ ਨੇ। ਇਹ ਛੇੜਛਾੜ ਨਹੀਂ, ਇਹ ਸਾਡੇ ਇਤਿਹਾਸ ਨਾਲ ਛੇੜਛਾੜ ਖਾਤੋਂ ਕਰਦੇ ਨੇ ਕਿਉਂਕਿ ਸੱਚੀ ਡਰਦੇ ਨੇ ਵੀ ਜੇ ਲੋਕਾਂ ਨੇ ਪੜ੍ਹ ਲਿਆ ਕਿਤੇ ਇਤਿਹਾਸ, ਪਹਿਲਾਂ ਤਾਂ ਕਿਤਾਬਾਂ 'ਚੋਂ ਗਾਇਬ ਕਰੋ ਜਿਹੜੀਆਂ ਥਾਵਾਂ ਨੇ। ਜੇ ਸੱਚਮੁੱਚ ਉਹਨਾਂ ਨੂੰ ਇਸ ਗੱਲਾਂ ਚੀਜ਼ਾਂ ਦਾ ਇਤਿਹਾਸ ਪਤਾ ਲੱਗ ਗਿਆ ਤਾਂ ਉਹ ਨੌਜਵਾਨ ਜਿਹੜਾ ਭਗਤ ਸਿੰਘ ਬਣਦਾ ਉਸ ਥਾਂ ਤੇ ਜਾ ਕੇ ਉੱਥੋਂ ਮਿੱਟੀ ਚੱਕ ਕੇ ਬੋਤਲ 'ਚ ਖੂਨੀ ਮਿੱਟੀ ਲੈ ਕੇ ਆਉਂਦਾ, ਤਾਂ ਉਹੀ ਜਿਹੇ ਨੌਜਵਾਨ ਦੁਬਾਰਾ ਇਸ ਮਿੱਟੀ ਦੇ ਵਿੱਚੋਂ ਪੈਦਾ ਹੋਣਗੇ। ਤੇ 19.5 ਸਾਲ ਦੀ ਛੋਟੀ ਉਮਰ ਦੇ ਵਿੱਚ ਸੋਚੋ ਵੀ ਕੋਈ ਬੰਦਾ ਏਡੀ ਵੱਡੀ ਬਗਾਵਤ, ਏਡਾ ਵੱਡਾ ਬਾਗੀ ਬਣ ਜਾਵੇ। ਭਗਤ ਸਿੰਘ ਨੇ ਕਿਹਾ ਸੀ ਵੀ ਇਹ ਤੋਂ ਵੱਡਾ ਬਾਗੀ ਕੋਈ ਹੋਊਗਾ ਨਹੀਂ, ਤੇ ਬਾਗੀਆਂ ਸਭ ਤੋਂ ਉੱਤੇ ਨਾਮ ਕਰਤਾਰ ਸਿੰਘ ਸਰਾਭੇ ਦਾ ਹਮੇਸ਼ਾ ਲਿਖਿਆ ਜਾਊ। ਔਰ ਜਲਿਆਂਵਾਲਾ ਬਾਗ ਜਿਹੜਾ ਸਾਡੇ ਆਜ਼ਾਦੀ ਅੰਦੋਲਨ ਦਾ ਸਭ ਤੋਂ ਵੱਡਾ ਪ੍ਰਤੀਕ ਹੈ, ਇਹਨਾਂ ਦੀ ਰੈਨੋਵੇਸ਼ਨ ਦੇ ਨਾਂ ਤੇ, ਜੋ ਸੁੰਦਰੀਕਰਨ ਦੇ ਨਾਂ ਤੇ ਉਹਦਾ ਮੂਲ ਸਰੂਪ ਟੋਟਲੀ ਵਿਗਾੜ ਦਿੱਤਾ ਗਿਆ। ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਲਿਆਂਵਾਲੇ ਬਾਗ ਦਾ, ਜਿਸ ਤਰੀਕੇ ਨਾਲ ਉਹਨੂੰ ਕੀਤਾ ਗਿਆ ਸੀ ਉਸ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਜਲਿਆਂਵਾਲੇ ਬਾਗ ਦੇ ਨਵੀਕਰਨ ਦੇ ਨਾਮ ਹੇਠ ਬਾਗ ਦੀ ਅਸਲ ਦਿੱਖ ਤੇ ਇਤਿਹਾਸ ਪ੍ਰਮਾਣਿਕ ਤੱਥਾਂ ਨੂੰ ਵਿਗਾੜਨ ਖਿਲਾਫ ਜੋ ਜਲਿਆਂਵਾਲੇ ਬਾਗ ਨੂੰ ਸਵਾਰਿਆ ਗਿਆ, ਉਸ ਤੋਂ ਬਾਅਦ ਜੋ ਕੀਤਾ ਗਿਆ ਕਾਫੀ ਸਮਾਂ ਬੰਦ ਵੀ ਰਿਹਾ ਸੀ, ਉਸ ਦੀ ਰੈਵੋਲੂਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਇੱਕ ਜੋ ਦਿੱਖ ਸੀ ਉਹਦੀ ਉਸ ਨੂੰ ਬਦਲਿਆ ਗਿਆ। ਜੋ ਉਸ ਦੀ ਅੰਦਰ ਦਿੱਖ ਹੈਗੀ ਸੀ ਉਸ ਨੂੰ ਲੈ ਕੇ ਪਹਿਲਾਂ ਵੀ ਚਰਚਾ ਛਿੜੀ ਹੋਈ ਸੀ ਵੀ ਜਲਿਆਂਵਾਲੇ ਬਾਗ ਨੂੰ ਨਹੀਂ ਬਦਲਣਾ ਚਾਹੀਦਾ ਸੀ। ਉਸ ਨੂੰ ਲੈ ਕੇ ਕੁਝ ਤਬਦੀਲੀਆਂ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਪ੍ਰੋਟੈਸਟ ਕੀਤਾ ਜਾ ਰਿਹਾ। ਉਹਦੇ ਇਹਨਾਂ ਨੇ ਆਪਾਂ ਗੱਲਬਾਤ ਕਰਾਂਗੇ ਉਹਦੇ ਹੋਰ ਕਿਹੜੀ ਗੱਲਾਂ ਤੇ ਇਹਨਾਂ ਨੂੰ ਇਤਰਾਜ਼ ਹੈਗਾ ਜਲਿਆਂਵਾਲੇ ਬਾਗ ਵਿੱਚ ਜੋ ਉਸ ਦੀ ਦਿੱਖ ਨੂੰ ਬਦਲਿਆ ਗਿਆ। ਕਿਹੜੀ ਗੱਲਾਂ ਦਾ ਇਤਰਾਜ਼ ਹੈ ਤੁਹਾਨੂੰ ਜੋ ਇਸ ਵਿੱਚ ਦੇਖਣ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਸਾਰਿਆਂ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਦਾ ਪ੍ਰੋਟੈਸਟ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਰਗੇਨਾਈਜ਼ ਹੈ।
ਜਨਤਕ ਜਥੇਬੰਦੀਆਂ ਪੂਰਾ ਸਹਿਯੋਗ ਕਰ ਰਹੀਆਂ। ਅਸੀਂ ਅੱਜ ਰੋਸ ਪ੍ਰਗਟ ਕਰਕੇ ਮਾਰਚ ਕਰਕੇ ਆਨਰੇਬਲ ਗਵਰਨਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਦਾ ਸਮਾਂ ਮੰਗਿਆ ਸੀ। ਉਹਨਾਂ ਨੇ ਸਮਾਂ ਨਹੀਂ ਦਿੱਤਾ, ਨਾ ਸਾਨੂੰ ਕੋਈ ਇੰਟੀਮੇਟ ਕੀਤਾ, ਜਿਸ ਦੀ ਅਸੀਂ ਕੰਡੈਮ ਕਰਦੇ ਹਾਂ। ਸਾਡੇ ਮੇਨ ਮਕਸਦ ਜਿਹੜਾ ਇਸ ਦਾ, ਇਹ ਸਰਕਾਰ ਜਿੱਦਾਂ ਦੀ ਵੀ ਆਈ ਹੈ ਕੇਂਦਰ ਦੀ ਮੋਦੀ ਸਰਕਾਰ, ਇੱਕ ਇੱਕ ਕਰਕੇ ਸਾਡੀਆਂ ਜਿਹੜੀਆਂ ਇਤਿਹਾਸਕ ਵਿਰਾਸਤਾਂ ਨੇ, ਖਾਸ ਕਰਕੇ ਜਿਹੜੀਆਂ ਆਜ਼ਾਦੀ ਅੰਦੋਲਨ ਨਾਲ ਜੁੜੀਆਂ, ਉਹਨਾਂ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ, ਉਹਨਾਂ ਦਾ ਮੂਲ ਸਰੂਪ ਵਿਗਾੜਿਆ ਜਾ ਰਿਹਾ ਹੈ। ਅਸੀਂ ਇਸ ਦੇ ਵਿਰੋਧ ਦੇ ਵਿੱਚ ਹਾਂ। ਇਤਿਹਾਸ ਸਾਡਾ ਉਹ ਵਿਗਾੜਿਆ ਜਾ ਰਿਹਾ ਹੈ। ਔਰ ਜਲਿਆਂਵਾਲਾ ਬਾਗ ਜਿਹੜਾ ਸਾਡੇ ਆਜ਼ਾਦੀ ਅੰਦੋਲਨ ਦਾ ਸਭ ਤੋਂ ਵੱਡਾ ਪ੍ਰਤੀਕ ਹੈ, ਇਹਨਾਂ ਦੀ ਰੈਨੋਵੇਸ਼ਨ ਦੇ ਨਾਂ ਤੇ, ਜੋ ਸੁੰਦਰੀਕਰਨ ਦੇ ਨਾਂ ਤੇ ਉਹਦਾ ਮੂਲ ਸਰੂਪ ਟੋਟਲੀ ਵਿਗਾੜ ਦਿੱਤਾ ਗਿਆ। ਉਸ ਲਹਿਰ ਦੇ ਨਾਲ ਜੁੜੇ ਜਿਹੜੇ ਚਿੰਨ੍ਹ ਸੀ, ਇੱਕ ਇੱਕ ਕਰਕੇ ਸਾਰੇ ਜਿਹੜੇ ਹਟਾਤੇ। ਅਸੀਂ ਉਹਦਾ ਮੂਲ ਸਰੂਪ ਬਹਾਲ ਕਰਨ ਵਾਸਤੇ ਲੜ ਰਹੇ ਹਾਂ, ਲੜਾਂਗੇ। ਔਰ ਇਹ ਦੇਸ਼ ਦੀ ਜਿਹੜੀ ਆਜ਼ਾਦੀ ਦਾ ਜਿਹੜਾ ਸਾਡਾ ਵਿਰਸਾ ਹੈ, ਉਹਨੂੰ ਕਿਸੇ ਕੀਮਤ ਤੇ ਵੀ ਅਸੀਂ ਖੰਡਿਤ ਨਹੀਂ ਹੋਣ ਦੇਵਾਂਗੇ। ਹੁਣ ਚਰਚਾ ਵੀ ਛੱਡ ਜਾਂਦੀ, ਉਹ ਕਹਿ ਦਿੰਦੇ ਨੇ ਵੀ ਅਸੀਂ ਤਾਂ ਬਹੁਤ ਵਧੀਆ ਕੰਮ ਕੀਤਾ, ਜੋ ਦੇਸ਼ ਭਗਤ ਦੀਆਂ ਯਾਦਾਂ ਹੈਗੀਆਂ ਸਨ ਅਸੀਂ ਸੰਭਾਲਣ ਵਾਸਤੇ ਕੰਮ ਕੀਤਾ। ਤੁਸੀਂ ਜਾ ਕੇ ਦੇਖੋ, ਸੰਭਾਲਿਆ ਨਹੀਂ। ਜਿਹੜੀ ਭੀੜੀ ਗਲਿਓਂ ਵਿੱਚੋਂ ਅੰਗਰੇਜ਼ ਫੌਜ ਗਈ ਡੈਰ ਦੀ ਅਗਵਾਈ ਦੇ ਵਿੱਚ, ਉੱਥੇ ਦੇ ਭੰਗੜੇ ਪਾਉਣ ਦੀਆਂ ਤਸਵੀਰਾਂ ਨੇ। ਉੱਥੇ ਕੋਈ ਮੇਲਾ ਥੋੜਾ ਸੀ, ਉਹ ਤਾਂ ਆਜ਼ਾਦੀ ਅੰਦੋਲਨ ਨੂੰ ਅੱਗੇ ਧੱਕਣ ਵਾਸਤੇ ਇੱਕ ਬਹੁਤ ਵੱਡਾ ਜਲਸਾ ਸੀ। ਔਰ ਉੱਥੇ ਫੌਜ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਸੀ, ਉੱਥੇ ਦੇ ਭੰਗੜੇ ਪਾਉਣ ਦੀਆਂ ਤਸਵੀਰਾਂ। ਇਸ ਚੀਜ਼ ਦਾ ਇਤਰਾਜ਼ ਹੈ। ਇਤਰਾਜ਼ ਉਹਨੇ ਪੰਜ ਚੀਜ਼ਾਂ ਬਦਲੀਆਂ ਉਹਨਾਂ ਨੇ ਜਲਿਆਂਵਾਲੇ ਬਾਗ ਦੀਆਂ। ਉਹਦਾ ਪਿਕਨਿਕ ਸਪਾਟ ਬਣਾਤਾ, ਇੱਕ ਦੇਸ਼ ਭਗਤਾਂ ਦੀ ਯਾਦਗਾਰ ਨਹੀਂ, ਉਹਦਾ ਪਿਕਨਿਕ ਸਪਾਟ ਬਣਾਤਾ। ਇਹ ਖਿਲਾਫ ਨੇ ਦੇਸ਼ ਭਗਤ ਆਜ਼ਾਦੀ ਦੇ ਅੰਦੋਲਨ ਦੇ। ਇਹ ਤਾਂ ਅੰਗਰੇਜ਼ਾਂ ਦੇ ਪਿੱਠੂ ਸੀ। ਇੱਕ ਵੀ ਬੀਜੇਪੀ ਵਾਲਾ ਆਰਐਸਐਸ ਵਾਲੇ ਨੇ ਆਜ਼ਾਦੀ ਅੰਦੋਲਨ ਦੇ ਵਿੱਚ ਹਿੱਸਾ ਨਹੀਂ ਪਾਇਆ। ਇਹ ਤਾਂ ਅੰਗਰੇਜ਼ਾਂ ਦੇ ਗੁਲਾਮ ਸੀ, ਪਿੱਠੂ ਸੀ, ਉਹਨਾਂ ਦੀ ਮਦਦ ਕਰਦੇ ਸੀ। ਚਾਚਾ ਵੀ ਛੱਡ ਜਾਂਦੀ, ਵੀਰ ਸਵਾਗਤ ਕਹਿੰਦੇ ਵੀ ਉਹਨਾਂ ਨੇ ਯੋਗਦਾਨ ਪਾਇਆ 9 ਮਹੀਨੇ ਤੱਕ ਤਾਂ ਉਹ ਦੇਸ਼ ਭਗਤ ਸੀ। ਉਦੋਂ ਮੁੜ ਕੇ 5 ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਬਾਹਰ ਆ ਗਿਆ। ਔਰ ਬਾਹਰ ਆ ਕੇ ਜਿਸ ਤਰ੍ਹਾਂ ਆਜ਼ਾਦੀ ਅੰਦੋਲਨ ਦਾ ਉਹਨੇ ਬੇੜਾ ਗਰਕ ਕੀਤਾ, ਆਜ਼ਾਦੀ ਅੰਦੋਲਨ 'ਚ ਧਰਮ ਦੇ ਨਾਂ ਤੇ ਫੁੱਟ ਪਾਈ, ਹਿੰਦੂ ਮਹਾਸਭਾ ਬਣਾ ਕੇ। ਔਰ ਮਹਾਤਮਾ ਗਾਂਧੀ ਦੇ ਕਤਲ ਦਾ ਉਹ ਸਾਜ਼ਿਸ਼ ਕਰਤਾ ਹੈ, ਇਤਿਹਾਸ ਗਵਾਹ ਹੈ। ਉਹ ਸਭ ਤੋਂ ਵੱਡਾ ਗਦਾਰ ਹੈ ਦੇਸ਼ ਦੀ ਆਜ਼ਾਦੀ ਅੰਦੋਲਨ ਦਾ, ਵੀਰ ਸਾਵਰਕਰ। ਤੁਸੀਂ ਪੜ੍ਹੋ ਉਹਦੇ ਬਾਰੇ। ਉਹ 2009 ਤੱਕ ਤਾਂ ਉਹ ਦੇਸ਼ ਭਗਤ ਸੀ, ਲੇਕਿਨ ਬਾਅਦ ਦੇ ਵਿੱਚ ਉਹ 5 ਵਾਰੀ ਮਾਫੀ ਮੰਗ ਕੇ ਬਾਹਰ ਆਇਆ ਔਰ ਅੰਗਰੇਜ਼ਾਂ ਦੀ ਭਗਤੀ ਕੀਤੀ। ਹਿੰਦੂ ਸਭਾ ਮਹਾਂ ਬਣਾ ਕੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਧਰਮ ਦੇ ਨਾਂ ਤੇ ਵੰਡਿਆ ਉਸ ਵਿਅਕਤੀ ਨੇ। ਹੋਰ ਵੀ ਅੱਗੇ ਗੱਲਬਾਤ ਕਰਾਂਗੇ। ਜਿਵੇਂ ਤੁਹਾਡੇ ਨਾਲ ਦੇ ਸਾਥੀ ਕਹਿੰਦੇ ਨੇ, ਗੱਲ ਕਰਦੇ ਨੇ ਕਿ ਆਜ਼ਾਦੀ ਦੀ ਗੱਲ ਕਰੀਏ, ਅੰਦੋਲਨ ਦੀ ਗੱਲ ਕਰ ਲਈਏ, ਉਸ ਵਿੱਚ ਸਭ ਤੋਂ ਯੋਗਦਾਨ ਜ਼ਿਆਦਾ ਪੰਜਾਬੀਆਂ ਦਾ ਰਿਹਾ। ਹੁਣ ਸਵਾਲ ਇਹ ਉੱਠਦਾ ਕਿ ਜੋ ਲੈਮੀਨੇਟ ਕੀਤਾ ਜਾ ਰਿਹਾ, ਜੋ ਲੈਮੀਨੇਸ਼ਨ ਕੀਤਾ ਜਾ ਰਿਹਾ, ਇਸ ਸਮੇਂ ਇਤਰਾਜ਼ ਵੀ ਜਤਾਏ ਜਾ ਰਹੇ ਨੇ, ਭੰਗੜੇ ਦੀ ਤਸਵੀਰਾਂ ਵੀ ਨਹੀਂ ਹੋਣੀ ਚਾਹੀਦੀਆਂ। ਹੋਰ ਕਿਹੜੀ ਗੱਲ ਦੇ ਇਤਰਾਜ਼ ਨੇ ਜਿਸ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਦੇ ਹੋ? ਸਾਰੀਆਂ ਗੱਲਾਂ ਦਾ ਇਤਰਾਜ਼ ਆ। ਉਹਦਾ ਪਹਿਲਾਂ ਗੋਲੀਆਂ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਪਹਿਲਾਂ ਕੀਤੀ ਗਈ। ਹੁਣ ਉੱਥੇ ਲੋਕਾਂ ਨੂੰ ਇਹ ਦਿਖਾਇਆ ਵੀ ਲੋਕ ਤਾਂ ਵਿਸਾਖੀ ਦਾ ਮੇਲਾ ਜਸ਼ਨ ਮਨਾਉਣ ਆਏ ਸੀ, ਉੱਥੇ ਜੋ ਜ਼ੁਲਮ ਹੋਇਆ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਹੈ। ਉਹ ਜਿਸ ਬੁਰਜੀ ਦੇ ਮਸ਼ੀਨ ਗਨ ਬੀੜੀ ਸੀ ਉਹ ਢਾਤੀ ਗਈ ਆ, ਉਹ ਖੂਹ 'ਚ ਲਾਸ਼ਾਂ ਸੁੱਟੀਆਂ ਗਈਆਂ, ਉਹਦਾ ਸਰੂਪ ਵਿਗਾੜਦਾ। ਮਤਲਬ ਉਹ ਜਿਹੜਾ ਉੱਭਰਨਾ ਚਾਹੀਦਾ ਸੀ ਉਹ ਖਤਮ ਕਰਨਾ। ਜਿਸ ਤਰੀਕੇ ਨਾਲ ਤੁਸੀਂ ਚਰਚਾ ਛੜੀ ਹੈ ਵੀ ਜੋ ਉਸ ਵਿੱਚ ਰੈਵੋਲੂਸ਼ਨ ਕੀਤੀ ਗਈ ਹੈ, ਹੁਣ ਬੀਜੇਪੀ ਦਾ ਕਹਿੰਦੇ ਵੀ ਅਸੀਂ ਤਾਂ ਸੰਭਾਲ ਕੇ ਰੱਖੀਆਂ ਜੋ ਆਜ਼ਾਦੀ ਵੇਲੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਤੁਸੀਂ ਕਹਿੰਦੇ ਵੀ ਉਹ ਠੀਕ ਨਹੀਂ ਕੀਤਾ ਉਹਨਾਂ ਨੇ। ਦੇਖੋ, ਜਲਿਆਂਵਾਲਾ ਬਾਗ ਸਾਡੇ ਸ਼ਹੀਦਾਂ ਦੀ ਯਾਦਗਾਰ ਹੈ, ਕੌਮੀ ਸ਼ਹੀਦਾਂ ਦੀ ਸਾਡੀ ਵਿਰਾਸਤ ਆ। ਉਹ ਜਿਸ ਵੀ ਰੂਪ ਉਹਦਾ ਮੌਲਿਕ ਸਰੂਪ ਸੀ, ਉਹਦਾ ਮੌਲਿਕ ਸਰੂਪ ਹੀ ਬਹੁਤ ਸੁੰਦਰ ਸਰੂਪ ਸੀ। ਇਸ ਕਰਕੇ ਸੁੰਦਰੀਕਰਨ ਦਾ ਬਹਾਨਾ ਆ। ਸੁੰਦਰੀਕਰਨ ਦੇ ਬਹਾਨੇ ਬੀਜੇਪੀ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਕਰ ਰਹੀ ਆ, ਉਹ ਇੱਕ ਤਰ੍ਹਾਂ ਉਸ ਇਤਿਹਾਸਕ ਮਾਨੂਮਾਟ ਦਾ ਜਿਹੜਾ ਅਸਲੀ ਸਰੂਪ ਸੀ, ਉਸ ਸਰੂਪ ਨੂੰ ਬਦਲਣਾ ਚਾਹੁੰਦੀ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਉਸ ਵਿਰਾਸਤ ਦੇ ਮੌਲਿਕ ਸਰੂਪ ਨਾਲ ਛੇੜਛਾੜ ਕੀਤੀ ਜਾਵੇ। ਅਸਲ 'ਚ ਜਲਿਆਂਵਾਲਾ ਬਾਗ ਜਿਹੜਾ ਹੈ ਉਹ ਹਿੰਦੁਸਤਾਨ ਦੀ ਆਜ਼ਾਦੀ ਦੀ ਤਹਿਰੀਕ ਦਾ ਚਿੰਨ੍ਹ ਆ। ਔਰ ਜਲਿਆਂਵਾਲੇ ਬਾਗ ਦੇ ਵਿੱਚ ਹਿੰਦੁਸਤਾਨ ਦੀਆਂ ਤਮਾਮ ਜਾਤੀਆਂ, ਕੌਮਾਂ, ਹਿੰਦੁਸਤਾਨ ਦੇ ਸਾਂਝੇ ਲੋਕਾਂ ਦਾ ਸਾਂਝਾ ਖੂਨ ਡੁੱਲਿਆ ਪਿਆ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਉਸ ਜਲਿਆਂਵਾਲੇ ਬਾਗ ਦਾ ਜਿਹੜਾ ਅਸਲੀ ਸਰੂਪ ਸੀ ਉਹਨੂੰ ਬਹਾਲ ਕੀਤਾ ਜਾਵੇ। ਔਰ ਬੀਜੇਪੀ ਨੇ ਜਿਸ ਤਰ੍ਹਾਂ ਉੱਥੇ ਆਪਣੇ ਪਾਰਟੀ ਦਾ ਸਿੰਬਲ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਬੀਜੇਪੀ ਨੇ ਜਿਸ ਤਰ੍ਹਾਂ ਉਸ ਸਾਡੇ ਇਤਿਹਾਸਕ ਸਮਾਰਕ ਨੂੰ, ਸਾਡੀ ਉਸ ਸ਼ਹੀਦਾਂ ਦੀ ਯਾਦ ਨੂੰ ਜਿਸ ਤਰ੍ਹਾਂ ਉਹਨਾਂ ਨੇ ਛੇੜਛਾੜ ਕੀਤੀ ਆ, ਉਹ ਸਾਡੇ ਇਤਿਹਾਸ ਨਾਲ ਤੇ ਸਾਡੇ ਲੋਕਾਂ ਦੇ ਕੌਮੀ
ਜਜ਼ਬਿਆਂ ਦੇ ਨਾਲ ਛੇੜਛਾੜ ਕਰ ਰਹੀ ਹੈ। ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਹੁਣ ਆਜ਼ਾਦੀ ਦੀ ਗੱਲ ਕਰੀਏ ਆਪਾਂ, ਹੁਣ ਕਹਿ ਵੀ ਰਹੇ ਸੀ ਕਿ ਸਾਰਿਆਂ ਨਾਲੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦਿੱਤੀਆਂ ਨੇ ਉਸ ਆਜ਼ਾਦੀ ਦੇ ਵਿੱਚ। ਫਿਰ ਹੁਣ ਲੱਗਦਾ ਵੀ ਤੁਸੀਂ ਕਹਿੰਦੇ ਛੇੜਖਾਨੀ ਕੀਤੀ ਗਈ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਫਿਰ ਹੋਰ ਵੀ ਤੇ ਰੈਵੋਲੂਸ਼ਨ ਕੀਤੇ ਗਏ ਨੇ ਭਾਰਤ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ, ਉੱਥੇ ਵੀ ਕਹਿੰਦੇ ਆਵਾਜ਼ ਨਹੀਂ ਆਈ, ਸਿਰਫ ਜਲਿਆਂਵਾਲਾ ਬਾਗ ਚੁੱਕੇ ਆਵਾਜ਼। ਦੇਖੋ, ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਛੋਟਾ ਜਿਹਾ ਤਲਾਅ ਹੁੰਦਾ ਸੀ, ਉਸ ਤਲਾਈ ਦੇ ਵਿੱਚ ਬੀਜੇਪੀ ਨੇ ਕਮਲ ਦਾ ਫੁੱਲ ਬਣਾ ਦਿੱਤਾ ਹੈ। ਜਲਿਆਂਵਾਲੇ ਬਾਗ ਨੂੰ ਵੀ ਇਹ ਸਿਆਸਤ ਕਰਕੇ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ। ਔਰ ਦੂਸਰੇ ਪਾਸੇ ਜਿਹੜਾ ਜਲਿਆਂਵਾਲੇ ਬਾਗ ਦਾ ਬਹੁਤ ਛੋਟਾ ਗਲਿਆਰਾ ਸੀ, ਜਿਹੜੀ ਬਹੁਤ ਭੀੜੀ ਗਲੀ ਸੀ, ਜਿੱਥੋਂ ਡਾਇਰ ਨੇ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ, ਉਸ ਭੀੜੀ ਗਲੀ ਦੇ ਵਿੱਚ ਇਹਨਾਂ ਨੇ ਉਹਨੂੰ ਇੱਕ ਤਾਂ ਉਸ ਗਲੀ ਨੂੰ ਖੁੱਲ੍ਹਾ ਕਰ ਦਿੱਤਾ, ਉਹਦਾ ਮੌਲਿਕ ਸਰੂਪ ਬਦਲ ਦਿੱਤਾ। ਦੂਜਾ, ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਮਿਊਰਲਸ ਬਣਾਈਆਂ ਨੇ, ਉਹ ਮਿਊਰਲਸ ਇਸ ਤਰ੍ਹਾਂ ਬਣਾਈਆਂ ਨੇ ਕਿ ਜਿਵੇਂ ਕੋਈ ਉੱਥੇ ਲੋਕ ਖੁਸ਼ੀ ਦਾ ਦਿਨ ਮਨਾਉਣ ਜਾਣੇ ਆ, ਅਸਲ 'ਚ ਲੋਕ ਉੱਥੇ ਆਪਣਾ ਦੁੱਖ ਦਰਦ ਦੱਸਣ ਜਾ ਰਹੇ ਸੀ। ਸੋ ਬੀਜੇਪੀ ਜਿਹੜੀ ਹੈ, ਬੀਜੇਪੀ ਜਾਣ ਬੁੱਝ ਕੇ ਇਹ ਕੰਮ ਕਰ ਰਹੀ ਹੈ, ਕਿਉਂਕਿ ਬੀਜੇਪੀ ਦਾ ਇਰਾਦਾ ਸਾਡੀਆਂ ਸਾਰੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਸਾਡੀ ਵਿਰਾਸਤੀ ਚੀਜ਼ਾਂ ਨੇ, ਉਹਨੂੰ ਆਪਣੀ ਨੁਕਤਾ ਨਿਗਾਹ ਤੋਂ ਬਦਲ ਕੇ ਉਹਨੂੰ ਹਿੰਦੂਤਵ ਦੇ ਏਜੰਡੇ ਅਨੁਸਾਰ ਪ੍ਰਤੀਤ ਕਰਨਾ ਚਾਹੁੰਦੇ ਆ। ਭੰਗੜੇ ਤਸਵੀਰਾਂ ਲੱਗੀਆਂ ਨੇ, ਉਹ ਨਹੀਂ ਲੱਗਣੀਆਂ ਚਾਹੀਦੀਆਂ ਸਰ। ਜੇ ਜਨਰਲ ਡਾਇਰ ਆਏ ਸੀ ਨਾ, ਇਸ ਤਰ੍ਹਾਂ ਸੀ। ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਆ, ਉਹ ਵਿਸਾਖੀ ਦਾ ਸਾਕਾ ਆ। ਵਿਸਾਖੀ ਤੇ ਲੋਕ ਉਸ ਵੇਲੇ ਦਾ ਮਾਹੌਲ ਦੇਖੋ। 1919 ਦੇ ਵਿੱਚ ਸਾਡੇ ਇਹਨਾਂ ਦਿਹਾੜਿਆਂ ਦੇ ਉੱਤੇ, ਚਾਹੇ ਉਹ ਸਾਡੇ ਗੁਰਪੁਰਬ ਹੋਣ, ਚਾਹੇ ਉਹ ਸਾਡੇ ਵਿਸਾਖੀ ਵਰਗੇ ਤਿਉਹਾਰ ਹੋਣ, ਇਹਨਾਂ ਤਿਉਹਾਰਾਂ ਤੇ ਦਿਹਾੜਿਆਂ ਦੇ ਉੱਤੇ ਲੋਕ ਰਾਜਸੀ ਲੋਕਾਂ ਦੇ ਵਿਚਾਰ ਵੀ ਸੁਣਨ ਜਾਂਦੇ ਸੀ। ਤੇ ਉੱਥੇ ਵੱਡੀ ਗਿਣਤੀ ਜਿਹੜੇ ਲੋਕ ਗਏ ਸੀ, ਉਹ ਹਿੰਦੁਸਤਾਨ ਦੇ ਰਾਜਸੀ ਨੇਤਾਵਾਂ ਦੇ ਵਿਚਾਰ ਹੀ ਸੁਣਨ ਗਏ ਸੀ। ਉੱਥੇ ਕੋਈ ਭੰਗੜਾ ਨਹੀਂ ਸੀ ਪਾਉਣ ਗਏ, ਉੱਥੇ ਕੋਈ ਵਿਸਾਖੀ ਦਾ ਚਾਅ ਨਹੀਂ ਸੀ ਕਰਨ ਗਏ, ਕਿਉਂਕਿ ਵਿਸਾਖੀ ਤੋਂ ਪਹਿਲਾਂ ਰਾਮਨੌਮੀ ਵਾਲੇ ਦਿਨ ਤੇ ਰਾਮਨੌਮੀ ਤੋਂ ਅਗਲੇ ਦਿਨ ਜਿਵੇਂ ਇਹਨਾਂ ਨੇ ਉੱਥੇ ਲੋਕਾਂ ਨੂੰ ਕੁਚਲਿਆ ਆ, ਲੋਕਾਂ ਤੇ ਤਸ਼ੱਦਦ ਕੀਤਾ, ਲੋਕ ਆਪਣਾ ਗੁੱਸਾ ਜ਼ਾਹਰ ਕਰਨ ਗਏ ਸੀ। ਭੰਗੜਾ ਉਦੋਂ ਪਾਉਂਦਾ ਜਦੋਂ ਕੋਈ ਬੰਦਾ ਖੁਸ਼ ਹੁੰਦਾ ਆ। ਇਸ ਕਰਕੇ ਸਾਡੀ ਜਿਹੜੀ ਉਹ ਯਾਦਗਾਰ ਆ, ਸਾਡੀ ਜਿਹੜੀਆਂ ਉਹ ਨਿਸ਼ਾਨੀਆਂ ਨੇ, ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਬਦਲ ਦਿੱਤੀਆਂ ਨੇ, ਉਹਦਾ ਰੰਗ ਰੂਪ ਐਂ ਬਦਲਤਾ ਜਿਵੇਂ ਕੋਈ ਸੈਰਗਾਹ ਹੋਵੇ। ਉਹ ਸੈਰਗਾਹ ਥੋੜ੍ਹਾ ਆ, ਉਹ ਸਾਡੇ ਚੇਤਿਆਂ 'ਚ ਖੁਣੀ, ਉਹ ਸਾਡੇ ਜਜ਼ਬਾਤਾਂ ਨਾਲ ਜੁੜੀ, ਸਾਡੇ ਸ਼ਹੀਦਾਂ ਦੇ ਲਹੂ ਵਾਲੀ ਧਰਤੀ ਆ। ਉਹ ਸਾਡੇ ਲਈ ਬਹੁਤ ਪਵਿੱਤਰ ਧਰਤੀ ਆ, ਜਿਹਦੇ ਤੇ ਸਾਡੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਧਰਮਾਂ ਖਿੱਤਿਆਂ ਦੇ ਲੋਕਾਂ ਦਾ ਖੂਨ ਡੁੱਲਿਆ ਹੋਇਆ। ਤੁਸੀਂ ਜਿਵੇਂ ਦੇਖਦੇ ਹੋ ਪ੍ਰੋਟੈਸਟ ਲਗਾਤਾਰ ਜਾਰੀ। ਹੁਣ ਇੱਕ ਮੈਮੋਰੰਡਮ ਦੇਣ ਦੀ ਵੀ ਗੱਲ ਕਰਦੇ ਨੇ, ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅਮਨ ਇੱਕ ਹੋਰ ਸਵਾਲ ਹੈ ਕਿ ਜਿਵੇਂ ਹੁਣ ਕਹਿ ਰਹੇ ਸੀ ਕਿ ਭੰਗੜੇ ਦੀ ਤਸਵੀਰਾਂ ਨਹੀਂ ਹੋਣੀ ਚਾਹੀਦੀਆਂ ਸੀ ਜੋ ਜਲਿਆਂਵਾਲੇ ਬਾਗ ਦੇ, ਕਿਉਂਕਿ ਉੱਥੇ ਵਿਸਾਖੀ ਦੇ ਲੋਕ ਵਿਚਾਰ ਸੁਣਨ ਗਏ ਸੀ। ਫਿਰ ਲੱਗਦਾ ਕਿ ਬੀਜੇਪੀ ਹੋਰ ਜਗ੍ਹਾ ਤੇ ਵੀ ਇਸ ਤਰੀਕੇ ਨਾਲ ਰੈਵੋਲੂਟ ਕਰ ਰਹੀ ਆ। ਉਹ ਤਾਂ ਕਹਿ ਰਹੀ ਆ ਆਜ਼ਾਦੀ ਵੇਲੇ ਯੋਗਦਾਨ ਦਿੱਤਾ ਸੀ, ਅਸੀਂ ਉਹਨਾਂ ਨੂੰ ਰੈਵੋਲੂਟ ਕੀਤਾ। ਅਸਲ ਵਿੱਚ ਹੀ ਪੂਰੀ ਸਰਕਾਰ ਦਾ ਏਜੰਡਾ ਹੀ ਇਹ ਆ ਵੀ, ਕਿਉਂਕਿ ਇਹਨਾਂ ਕੋਲ ਆਪਦੇ ਕੋਲ ਅਸਲ ਵਿੱਚ ਇਤਿਹਾਸ ਹੈ ਨਹੀਂ, ਇਹਨਾਂ ਦੇ ਕੋਈ ਇਤਿਹਾਸ ਕਹੇ ਜੇ ਨਾਇਕ ਨਹੀਂ ਜਿਹੜੇ ਸੱਚਮੁੱਚ ਆਜ਼ਾਦੀ ਦੇ ਘੁਲਾਟੀਏ ਹੋਣ ਜਾਂ ਉਦੋਂ ਲੜੇ ਹੋਣ। ਸਵਾਕਰ ਦਾ ਨਾਮ ਲੈਂਦੇ ਨੇ, ਸਾਵਰਕਰ ਵਰਗੇ ਜਿਹੜੇ ਅੰਗਰੇਜ਼ਾਂ ਤੋਂ ਮਾਫੀਨਾਮੀ ਉਹਨਾਂ ਦੇ ਟੌਟ ਬਣ ਕੇ ਰਹੇ ਨੇ ਪੂਰੀ ਉਮਰ। ਇਸ ਕਰਕੇ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਉਹਨਾਂ ਨੂੰ ਉਭਾਰਿਆ ਜਾਵੇ, ਪਟੇਲ ਵਰਗਿਆਂ ਨੂੰ ਉਭਾਰਿਆ ਜਾਵੇ, ਤੇ ਜਿਹੜੇ ਅਸਲ ਵਿੱਚ ਨਾਇਕ ਨੇ, ਲੋਕਾਂ ਦੇ ਨਾਇਕ ਨੇ। ਜਲਿਆਂਵਾਲਾ ਬਾਗ ਆ ਜਿਹੜਾ, ਉਹ ਇੱਕ ਪ੍ਰਤੀਕ ਆ। ਕਿਸ ਚੀਜ਼ ਦਾ ਪ੍ਰਤੀਕ ਹੈ? ਇਸ ਸਾਮਰਾਜੀਆਂ ਦੇ ਖਿਲਾਫ ਇੱਕ ਜੰਗ ਦਾ ਪ੍ਰਤੀਕ ਹੈ। ਤੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਇਹਨਾਂ ਨੂੰ ਸਭ ਤੋਂ ਵੱਧ ਚੁਭਦੀ ਹੈ ਵੀ ਉਹ ਲੋਕਾਂ ਦੀ ਆਜ਼ਾਦੀ ਦੇ ਖਿਲਾਫ ਜਿਹੜੀ ਲੜਾਈ ਲੜੀ ਜਾ ਰਹੀ ਸੀ, ਉਹਦੇ ਵਿੱਚ ਧਾਰਮਿਕ ਏਕਤਾ ਦਾ ਪ੍ਰਤੀਕ ਹੈ। ਉੱਥੇ ਜਲਿਆਂਵਾਲੇ ਬਾਗ ਜਦੋਂ ਹੋਇਆ ਵਾ, ਉਹ 13 ਅਪ੍ਰੈਲ ਦੀ ਘਟਨਾ, ਤੇ ਉਸ ਤੋਂ ਪਹਿਲਾਂ 9 ਤਰੀਕ ਨੂੰ ਰਾਮਨੌਮੀ ਦੇ ਉੱਤੇ ਉੱਥੇ ਇੱਕ ਲੀਡਰ ਨੇ ਜਿਹੜੇ ਨੇ ਅਗਵਾਈ ਕੀਤੀ, ਉਹ ਮੁਸਲਮਾਨ ਸੀ। ਤੇ ਉੱਥੇ ਹਿੰਦੂ ਆ ਜਿਹੜੇ, ਉਹ ਵੀ ਮਸਜਿਦਾਂ 'ਚ ਗਏ ਤੇ ਜਿਹੜੇ ਉੱਥੇ ਨਮਾਜ਼ਾਂ ਪੜ੍ਹਨ ਨੂੰ ਉਹਨਾਂ ਨੂੰ ਆਪਣੀਆਂ ਮਸਜਿਦਾਂ ਖੋਲ੍ਹੀਆਂ ਨੇ। ਉਹ ਲੋਕ ਸੀ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਲੜੇ ਨੇ ਉਸ ਸਮੇਂ ਦੇ ਵਿੱਚ, ਤੇ ਇਹੀ ਸਭ ਤੋਂ ਵੱਧ ਅੱਜ ਸਰਕਾਰ ਨੂੰ ਤੰਗ ਕਰ ਰਿਹਾ। ਇਸ ਕਰਕੇ ਉਸ ਪੂਰੇ ਦੇ ਪੂਰੇ ਇਤਿਹਾਸ ਨੂੰ ਵਿਗਾੜਨ ਦੇ ਲਈ ਜਿਸ ਤਰ੍ਹਾਂ ਨਾਲ ਉਹਨਾਂ ਨੇ ਉਹ ਭੀੜੀ ਗਲੀ ਜਿਹਦੇ ਵਿੱਚੋਂ ਨਿਕਲ ਕੇ ਜਾਂਦਾ ਬੰਦਾ ਇਹ ਸੋਚਦਾ ਹੈ ਵੀ ਕਿਵੇਂ ਜਨਰਲ ਡਾਇਰ ਹੈ ਜਿਹੜਾ, ਉਹ ਇਹਨਾਂ ਦੇ ਵਿੱਚੋਂ ਦੀਆਂ ਤੋਪਾਂ ਜਦੋਂ ਅੰਦਰ ਨਹੀਂ ਗਈਆਂ ਤੇ ਬੰਦੇ ਕਿਵੇਂ ਭੱਜੇ ਹੋਣਗੇ। ਉਹ ਖੂਨੀ ਖੂਹ ਆ ਜਿਹੜਾ, ਉਹ ਜਿਹੜੀਆਂ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਸੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਪੋਲਿਸ਼ ਕਰਕੇ ਜਮਾ ਇੱਕ ਜਿਵੇਂ ਕਹਿ ਦਈਏ ਸੈਰ ਸਪਾਟੇ ਵਾਲੀ ਥਾਂ ਬਣਾਤਾ। ਜਿਵੇਂ ਤੁਸੀਂ ਬੁੱਤਾਂ ਦੀ ਗੱਲ ਕੀਤੀ ਤਾਂ ਆਸੇ-ਪਾਸੇ ਜਦੋਂ ਗਲੀ ਵਿੱਚੋਂ ਜਿਹੜੀ ਭੀੜੀ ਤੰਗ ਗਲੀ ਸੀ, ਉਹਦੇ ਵਿੱਚੋਂ ਹੁਣ ਲੰਘਦੇ ਤਾਂ ਦੋਨੇ ਪਾਸੇ ਬੁੱਤ ਨੇ ਜਿਹੜੇ ਹੱਸਦੇ ਖੇਡਦੇ ਭੰਗੜਾ ਪਾਉਂਦੇ ਨੇ। ਮਤਲਬ ਉੱਥੇ ਇਹ ਦੱਸਿਆ ਜਾ ਰਿਹਾ ਵੀ ਲੋਕ ਆ ਜਿਹੜੇ, ਉਹ ਕਿਸੇ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਵਿਰੋਧ ਕਰਨ ਹੀ ਗਏ ਸੀ। ਉਦੋਂ ਰਾਇਲਟੀ ਐਕਟ ਪਾਸ ਹੋਇਆ ਸੀ ਨਾ ਸਰਕਾਰ ਦੇ, ਉਹਦੇ ਵਿਰੋਧ ਦੇ ਵਿੱਚ ਉੱਥੇ ਇਕੱਠ ਹੋਇਆ ਸੀ। ਉਹ ਉਹਨਾਂ ਦੇ ਖਿਲਾਫ ਨਹੀਂ, ਉਹ ਸਗੋਂ ਵਿਸਾਖੀ ਦਾ ਦਿਹਾੜਾ ਮਨਾਉਣ ਗਏ ਸੀ। ਮੈਨੂੰ ਲੱਗਦਾ ਵੀ ਉਹ ਸ਼ਾਇਦ ਜਸ਼ਨ ਮਨਾਇਆ ਜਾ ਰਿਹਾ ਉਸ ਪੂਰੀ ਦੀ ਪੂਰੀ ਜਿਹੜਾ ਇਤਿਹਾਸਕ ਥਾਂ ਵਾ, ਉੱਥੇ ਮੋਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਉਹਨੂੰ ਬਦਲਿਆ ਜਾਏ। ਹੁਣ ਜਦੋਂ ਜਾਣਗੇ, ਜਦੋਂ ਬੱਚੇ ਜਾਂਦੇ ਨੇ ਜਾਂ ਪੰਜਾਬ 'ਚ ਜਾਂ ਦੁਨੀਆ 'ਚ ਹੋਰ ਵੀ ਲੋਕੀ ਆਉਂਦੇ ਨੇ, ਹੁਣ ਕੀ ਦਿਮਾਗ 'ਚ ਜਾਊਗਾ ਜਦੋਂ ਬੁੱਤ ਦੇਖਣਗੇ ਭੰਗੜੇ ਵਾਲੇ ਜਾਂ ਉਹ ਪੰਜਾਬੀ ਦੇ ਜੋ ਬੁੱਤ ਲਗਾਏ ਗਏ ਨੇ? ਹੁਣ ਦਿਮਾਗ 'ਚ ਕੀ ਪਿਕਚਰ ਬਣੂਗੀ ਕਿ ਵਾਕਈ ਇੱਥੇ
ਸੂਰਮੇ ਸ਼ਹੀਦ ਹੋਏ ਸਨ ਕਿ ਵਾਕਈ ਹੀ ਇੱਕ ਪੰਜਾਬ ਨੱਚਣ ਗਾਉਣ ਵਾਲਾ ਸੀ, ਜਾਂ ਜਿਸ ਤਰੀਕੇ ਨਾਲ ਉਹ ਦਿਖਾਇਆ ਜਾ ਰਿਹਾ ਵੀ ਇਹ ਨੱਚਣ ਗਾਉਣ ਵਾਲੇ ਸੀ। ਬਿਲਕੁਲ, ਇਹ ਸਰਕਾਰ ਦੀ ਇਹੀ ਕੋਸ਼ਿਸ਼ ਹੈ। ਦੇਖੋ ਅੱਜ ਦੀ ਪੀੜ੍ਹੀ ਆਪਾਂ ਤਾਂ ਮਿਲ ਕੇ ਸੰਘਰਸ਼ ਕਰ ਰਹੇ ਹਾਂ ਵੀ ਆਪਾਂ ਤਾਂ ਉਹ ਦੇਖਿਆ ਉੱਥੋਂ ਪਹਿਲਾਂ ਤਾਂ, ਜਾਂ ਸਾਡੇ ਤੋਂ ਪੁਰਾਣੇ ਅੱਜ ਦੱਸ ਰਹੇ ਸੀਗੇ ਜਿਹੜੇ ਬੁਲਾਰੇ ਸੀਗੇ ਕਨਵੈਨਸ਼ਨ ਦੇ ਵਿੱਚ, ਉਹਨਾਂ ਨੇ ਇਹ ਗੱਲਾਂ ਦੱਸੀਆਂ ਨੇ ਵੀ ਇਸ ਤੋਂ ਪਹਿਲਾਂ ਕਿੰਨੇ ਚੰਗੇ ਤਰੀਕੇ ਦੇ ਨਾਲ ਵੀ ਸਭ ਤੋਂ ਪਹਿਲਾਂ ਉਹ ਜਿਹੜਾ ਖੂਨੀ ਖੂਨ ਹੁੰਦਾ ਸੀ ਉਹਦੇ ਉੱਤੇ ਚਿੱਟੇ ਰੰਗ ਉਹਦੇ ਉੱਤੇ ਕੀਤਾ ਗਿਆ, ਕਿਉਂਕਿ ਚਿੱਟਾ ਰੰਗ ਸੋਗ ਦਾ ਪ੍ਰਤੀਕ ਹੁੰਦਾ ਹੈ ਵੀ ਇਸ ਦੇ ਵਿੱਚ ਲੋਕ ਜਿਹੜੇ ਨੇ ਲੋਕ ਸ਼ਹੀਦਾਂ ਦੀ ਉਸ ਥਾਂ ਤੇ ਜਾ ਕੇ ਹੰਝੂ ਵਹਾਉਂਦੇ ਹੁੰਦੇ ਸੀ। ਉਹ ਸਮੇਂ ਦੇ ਨਾਲ ਬਦਲਦੇ ਅੱਜ ਜਿਹੜਾ ਸਭ ਤੋਂ ਵੱਡਾ ਹਮਲਾ ਸਰਕਾਰ ਨੇ ਕੀਤਾ ਉਹ ਇਸੇ ਕਰਕੇ ਹੈ, ਤਾਂ ਕਿ ਜਿਹੜੀਆਂ ਨਵੀਆਂ ਪੀੜ੍ਹੀਆਂ ਆਉਣਗੀਆਂ ਉਹਨਾਂ ਵਿੱਚੋਂ ਕੋਈ ਵੀ ਉੱਥੇ ਜਾ ਕੇ ਉਸ ਇਤਿਹਾਸ ਨਾਲ ਨਾ ਜੁੜ ਸਕੇ। ਤੁਸੀਂ ਦੇਖੋਗੇ ਜਿਹੜਾ ਉੱਥੇ ਸਾਊਂਡ ਲਾਈਟ ਸ਼ੋਅ ਜਾਂ ਜਿਹੜੀਆਂ ਵੀਡੀਓਜ਼ ਚੱਲਦੀਆਂ ਨੇ ਜਾਂ ਜਿਹੜੀਆਂ ਫੋਟੋਆਂ ਨੇ, ਉਹਨਾਂ ਵਿੱਚੋਂ ਕਿਤੇ ਵੀ ਆਜ਼ਾਦੀ ਦੀ ਲੜਾਈ ਤੇ ਸਾਮਰਾਜ ਵਿਰੁੱਧ ਲੜਾਈ ਇਹ ਸ਼ਬਦ ਗਾਇਬ ਨੇ। ਗੱਲਾਂ ਕਿਹੜੀਆਂ ਗਈਆਂ ਨੇ? ਦੇਸ਼ ਭਗਤੀ ਤੇ ਨੈਸ਼ਨਲਿਜ਼ਮ, ਰਾਸ਼ਟਰਵਾਦ, ਸਿਰਫ ਇਹ ਗੱਲ ਆ ਰਹੀ ਹੈ ਕਿਉਂਕਿ RSS ਵੀ ਤਾਂ BJP ਵੀ ਤਾਂ ਰਾਸ਼ਟਰਵਾਦ ਇੱਕ ਆਪਦਾ ਝੂਠਾ ਰਾਸ਼ਟਰਵਾਦ ਉਭਾਰ ਰਹੀ ਹੈ ਨਾ। ਇਸ ਕਰਕੇ ਉਹ ਉੱਥੇ ਉਹਨਾਂ ਦੇ ਜਿਵੇਂ ਊਧਮ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਸੀ, ਉਹਦੇ ਹੱਥ ਦੇ ਵਿੱਚ ਉਹ ਮਿੱਟੀ ਫੜਾਤੀ, ਰਾਖ ਫੜਾਤੀ, ਇਹੋ ਜਿਹੀਆਂ ਚੀਜ਼ਾਂ ਕੀਤੀਆਂ ਗਈਆਂ ਨੇ। ਇਹ ਛੇੜਛਾੜ ਨਹੀਂ, ਇਹ ਸਾਡੇ ਇਤਿਹਾਸ ਨਾਲ ਛੇੜਛਾੜ ਕਾਹਤੋਂ ਕਰਦੇ ਨੇ? ਕਿਉਂਕਿ ਸੱਚੀ ਡਰਦੇ ਨੇ ਵੀ ਜੇ ਲੋਕਾਂ ਨੇ ਪੜ੍ਹ ਲਿਆ ਕਿਤੇ ਇਤਿਹਾਸ, ਪਹਿਲਾਂ ਤਾਂ ਕਿਤਾਬਾਂ 'ਚੋਂ ਗਾਇਬ ਕਰੋ ਜਿਹੜੀਆਂ ਥਾਵਾਂ ਨੇ, ਜੇ ਸੱਚਮੁੱਚ ਉਹਨਾਂ ਨੂੰ ਇਸ ਗੱਲਾਂ ਚੀਜ਼ਾਂ ਦਾ ਇਤਿਹਾਸ ਪਤਾ ਲੱਗ ਗਿਆ ਤਾਂ ਉਹ ਨੌਜਵਾਨ ਜਿਹੜਾ ਭਗਤ ਸਿੰਘ ਬਣਦਾ ਉਸ ਥਾਂ ਤੇ ਜਾ ਕੇ ਉੱਥੋਂ ਮਿੱਟੀ ਚੱਕ ਕੇ ਬੋਤਲ 'ਚ ਖੂਨੀ ਮਿੱਟੀ ਲੈ ਕੇ ਆਉਂਦਾ, ਤਾਂ ਉਹੀ ਜਿਹੇ ਨੌਜਵਾਨ ਦੁਬਾਰਾ ਇਸ ਮਿੱਟੀ ਦੇ ਵਿੱਚੋਂ ਪੈਦਾ ਹੋਣਗੇ। ਇਸ ਕਰਕੇ ਉਹਦੀ ਖਾਤਰ ਡਰ ਹੈਗਾ ਸਰਕਾਰ ਨੂੰ ਵੀ ਭਗਤ ਸਿੰਘ ਫਿਰ ਨਾ ਕੋਈ ਉਸੇ ਤਰੀਕੇ ਨਾਲ ਸੂਰਮਾ ਆ ਜਾਵੇ। ਬਿਲਕੁਲ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਅੱਜ ਸਰਾਭੇ ਦਾ ਸ਼ਹਾਦਤ ਦਿਨ ਹੈ। 19 ਸਾਲ ਦੀ ਉਮਰ ਦੇ ਵਿੱਚ ਉਹਨੂੰ ਫਾਂਸੀ ਲਾਈ ਗਈ ਸੀ ਤੇ ਉੱਥੇ ਵੀ ਉਸ ਵੇਲੇ ਦੇ ਵੀ ਜੱਜ ਨੇ ਇਹ ਗੱਲ ਆਖੀ ਸੀ ਵੀ ਇਹੋ ਜਿਹੀ ਕੋਈ ਸਰਕਾਰ ਦੇ ਵਿਰੁੱਧ ਕਾਰਵਾਈ ਨਹੀਂ ਜਿਹਦੇ ਵਿੱਚ ਇਹ ਨਹੀਂ ਸ਼ਾਮਲ ਹੋਇਆ। ਇਸ ਕਰਕੇ ਸਰਕਾਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਕਰਕੇ ਇਹਨੂੰ ਫਾਂਸੀ ਲਾਉਣਾ ਬਹੁਤ ਜ਼ਰੂਰੀ ਹੈ। ਤੇ 19.5 ਸਾਲ ਦੀ ਛੋਟੀ ਉਮਰ ਦੇ ਵਿੱਚ ਸੋਚੋ ਵੀ ਕੋਈ ਬੰਦਾ ਐਡੀ ਵੱਡੀ ਬਗਾਵਤ, ਐਡਾ ਵੱਡਾ ਬਾਗੀ ਬਣ ਜਾਵੇ। ਭਗਤ ਸਿੰਘ ਨੇ ਕਿਹਾ ਸੀ ਵੀ ਇਹ ਤੋਂ ਵੱਡਾ ਬਾਗੀ ਕੋਈ ਹੋਊਗਾ ਨਹੀਂ, ਤੇ ਬਾਗੀਆਂ ਸਭ ਤੋਂ ਉੱਤੇ ਨਾਮ ਕਰਤਾਰ ਸਿੰਘ ਸਰਾਭੇ ਦਾ ਹਮੇਸ਼ਾ ਲਿਖਿਆ ਜਾਊ। ਤੁਸੀਂ ਜਿਵੇਂ ਦੇਖਦੇ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ, ਮੁੱਦਾ ਇਹ ਕਹੀਏ ਕਿ ਜਲਿਆਂਵਾਲੇ ਬਾਗ ਦੇ ਵਿੱਚ ਦਿੱਖ ਬਦਲ ਦਿੱਤੀ ਗਈ ਹੈ। ਜੋ ਤੁਸੀਂ ਜਲਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਜਿੱਥੇ ਉਹ ਗਿਆ ਸੀ ਉਸ ਗਲੀ ਨੂੰ ਜਾ ਕੇ ਅੱਜ ਦੇਖੋਗੇ ਤਾਂ ਉਸ ਵਿੱਚ ਭੰਗੜੇ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ। ਜਲਿਆਂਵਾਲੇ ਬਾਗ ਦੀ ਜੋ ਦਿੱਖ ਹੈ ਉਸ ਨੂੰ ਨਾ ਬਦਲਿਆ ਜਾਵੇ, ਉਸ ਨੂੰ ਉੱਦਾਂ ਹੀ ਰਹਿਣ ਦਿੱਤਾ ਜਾਵੇ, ਕਿਉਂਕਿ ਇਤਿਹਾਸ ਜੋ ਹੁੰਦਾ ਜਦੋਂ ਨੌਜਵਾਨ ਦੇਖਦੇ ਨੇ, ਬੱਚੇ ਦੇਖਦੇ ਨੇ ਬਿਲਡਿੰਗਾਂ ਵਿੱਚ ਜਾ ਕੇ ਤਾਂ ਪਤਾ ਲੱਗਦਾ ਵੀ ਇਤਿਹਾਸ ਸਾਡਾ ਕੀ ਹੈ। ਪਰ ਜੇ ਇਸ ਤਰੀਕੇ ਨਾਲ ਇਤਿਹਾਸ ਨੂੰ ਵਿਗਾੜਨਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਜਾਂ ਹੋਰ ਲੋਕ ਦੇਖਣ ਜਾਣਗੇ ਤਾਂ ਕੀ ਦਿਮਾਗ ਵਿੱਚ ਉਹਨਾਂ ਦੇ ਅਸਰ ਪਊਗਾ ਕਿ ਇੱਥੇ ਲੋਕ ਭੰਗੜੇ ਪਾਉਣ ਆਏ ਸੀ, ਕਿ ਤਸਵੀਰਾਂ ਲਗਾ ਕੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ, ਉਸ ਨੂੰ ਲੈ ਕੇ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ। ਤੁਸੀਂ ਪੰਜਾਬ ਨੂੰ ਜੁੜੇ ਦੇ ਨਾਲ ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।